ਸਤਿ ਸ਼੍ਰੀ ਅਕਾਲ ਜੀ। ਮੈਂ ਕੁਲਵੰਤ ਕੌਰ ਅੱਜ ਤੁਹਾਡੇ ਸਾਹਮਣੇ ਹਾਜ਼ਰ ਹੋਈ ਹਾਂ ਜਮਾਤ 8ਵੀਂ ਦਾ ਪਾਠ 15 ਲੈ ਕੇ, ਜੋ ਕਿ ਇੱਕ ਕਵਿਤਾ ਹੈ ਜਿਸ ਦਾ ਵਿਸ਼ਾ ਹੈ ਕਮੀਆਂ ਦਾ ਵਿਹੜਾ, ਜਿਸ ਦੇ ਕਵੀ ਹਨ ਸੰਤ ਰਾਮ ਉਦਾਸੀ। ਇਹ ਕਵਿਤਾ ਅੱਜ ਕੱਲ੍ਹ ਦੇ ਹਾਲਾਤ 'ਤੇ ਵੀ ਢੁਕਵੀਂ ਉਸਰਦੀ ਹੈ, ਕਿਉਂਕਿ ਜਿਸ ਤਰ੍ਹਾਂ ਦੇ ਅੱਜ ਕੱਲ੍ਹ ਦੇ ਹਾਲਾਤ ਹਨ, ਕਿਸਾਨਾਂ ਦਾ ਜੋ ਮਾੜਾ ਹੋ ਰਿਹਾ ਹੈ, ਕਿਸਾਨ ਆਪਣੇ ਹੱਕਾਂ ਨੂੰ ਲੜਨ ਵਾਸਤੇ ਸੜਕਾਂ ਉੱਪਰ ਉਤਰ ਗਏ ਹਨ। ਇਹ ਸਥਿਤੀ ਪਹਿਲਾਂ ਸੀ ਤੇ ਇਹੀ ਸਥਿਤੀ ਅੱਜ ਹੈ। ਸੰਤ ਰਾਮ ਉਦਾਸੀ ਜੀ ਉਸੇ ਸਥਿਤੀ ਦਾ ਵਰਣਨ ਕਰ ਰਹੇ ਹਨ। ਅਸੀਂ ਕਵਿਤਾ ਪੜ੍ਹਨੀ ਸ਼ੁਰੂ ਕਰਦੇ ਹਾਂ। ਪਹਿਲੀਆਂ ਸਤਰਾਂ ਪੜ੍ਹਦੇ ਹਾਂ। ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ। ਇਹਨਾਂ ਸਤਰਾਂ ਦੇ ਵਿੱਚ ਕਵੀ ਸੰਤ ਰਾਮ ਉਦਾਸੀ ਜੀ ਕਹਿ ਰਹੇ ਨੇ ਕਿ ਹੇ ਧਰਤੀ ਮਾਂ, ਤੇਰੀ ਗੋਦ ਨੂੰ ਚਮਕਣ ਵਾਲੇ ਚੰਨ ਤਾਂ ਬਥੇਰੇ ਹਨ, ਪਰ ਜੋ ਤੇਰੇ ਕੋਲ ਮਗ ਰਿਹਾ ਸੂਰਜ ਹੈ, ਉਸ ਨੂੰ ਤੂੰ ਹਮੇਸ਼ਾ ਹੀ ਕਮੀਆਂ ਦੇ ਵੇੜੇ ਦੇ ਵਿੱਚ ਮਗਦਾ ਰੱਖੀ, ਕਿਉਂਕਿ ਇਸ ਸੂਰਜ ਦੇ ਕਾਰਨ ਹੀ, ਇਸ ਕੁਦਰਤੀ ਸ਼ਕਤੀ ਦੇ ਕਾਰਨ ਹੀ ਜੋ ਕਮੀ ਹਨ, ਜੋ ਮਜ਼ਦੂਰ ਹਨ, ਕਾਮੇ ਹਨ। ਕਮੀਆਂ ਦਾ ਇਸ ਥਾਂ 'ਤੇ ਅਰਥ ਹੈ ਕਾਮੇ, ਮਜ਼ਦੂਰੀ ਕਰਨ ਵਾਲੇ, ਗਰੀਬ ਮਜ਼ਦੂਰ, ਗਰੀਬ ਕਿਸਾਨ, ਉਹਨਾਂ ਦੇ ਵੇੜੇ ਵਿੱਚ ਤੂੰ ਹੇ ਸੂਰਜ ਹਮੇਸ਼ਾ ਮਗਦਾ ਰਵੀਂ, ਕਿਉਂਕਿ ਤੇਰੀ ਸ਼ਕਤੀ ਦੇ ਸਦਕਾ ਹੀ ਇਹਨਾਂ ਨੂੰ ਆਪਣੀਆਂ ਤਕਲੀਫਾਂ ਨੂੰ, ਆਪਣੀਆਂ ਮੁਸੀਬਤਾਂ ਨੂੰ ਭੋਗਣ ਦੇ ਲਈ, ਉਹਨਾਂ ਨਾਲ ਲੜਨ ਲਈ ਹਮੇਸ਼ਾ ਤਾਕਤ ਮਿਲਦੀ ਹੈ। ਤਾਂ ਇਹਨਾਂ ਦੋ ਸਤਰਾਂ ਦੇ ਵਿੱਚ ਕਵੀ ਸੰਤ ਰਾਮ ਉਦਾਸੀ ਜੋ ਨੇ, ਉਹ ਧਰਤੀ ਮਾਂ ਨੂੰ, ਕੁਦਰਤ ਨੂੰ ਸੰਬੋਧਿਤ ਕਰਦੇ ਹੋਏ ਕਹਿ ਰਹੇ ਨੇ ਕਿ ਚੰਨ ਵਰਗੇ ਸੋਹਣੇ ਸੁਨੱਖੇ ਤਾਂ ਤੇਰੀ ਗੋਦ ਵਿੱਚ ਬਥੇਰੇ ਨੇ, ਪਰ ਜੋ ਸੂਰਜ ਮਗਦਾ ਹੈ, ਜੋ ਸੂਰਜ ਸਾਨੂੰ ਗਰਮੀ ਪ੍ਰਾਪਤ ਕਰਦਾ ਹੈ, ਉਸ ਦੀ ਗਰਮੀ, ਉਸ ਨੂੰ ਹਮੇਸ਼ਾ ਇਹਨਾਂ ਕਮੀਆਂ ਦੇ ਵੇੜੇ ਵਿੱਚ ਮਗਦਾ ਰੱਖੀ। ਅਗਲਾ ਪੈਰਾ ਕਰਦੇ ਹਾਂ। ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ, ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ। ਕਵੀ ਕਹਿ ਰਿਹਾ ਹੈ ਕਿ ਕਮੀਆਂ ਦਾ ਵਿਹੜਾ ਇਹੋ ਜਿਹਾ ਹੈ ਜਿੱਥੇ ਉਹ ਆਪਣੀਆਂ ਤੰਗੀਆਂ ਨੂੰ, ਆਪਣੀਆਂ ਪਰੇਸ਼ਾਨੀਆਂ ਤੋਂ ਤੰਗ ਨਹੀਂ ਹੁੰਦੇ, ਤੇ ਕਦੇ ਉਹ ਉਹਨਾਂ ਪਰੇਸ਼ਾਨੀਆਂ ਦੇ ਖਿਲਾਫ, ਆਪਣੀਆਂ ਮੁਸੀਬਤਾਂ ਦੇ ਖਿਲਾਫ ਬੋਲਣ ਦੀ ਅਗਰ ਜੇ ਜੁਰਤ ਕਰਦੇ ਹਨ, ਤਾਂ ਸਰਮਾਏਦਾਰ ਜੋ ਹਨ, ਜੋ ਜਾਗੀਰਦਾਰ ਹਨ, ਜੋ ਅਮੀਰ ਲੋਕ ਹਨ, ਉਹ ਉਹਨਾਂ ਦੀਆਂ ਆਵਾਜ਼ਾਂ ਨੂੰ ਦਬਾ ਕੇ ਉਹਨਾਂ ਦੀਆਂ ਸੰਗੀਆਂ ਦੇ ਵਿੱਚ ਅੰਗੂਠੇ ਦੇ ਦਿੰਦੇ ਹਨ। ਸੰਗ ਯਾਨੀ ਕਿ ਗਲਾ। ਜਿੱਥੇ ਵਾਲ ਤਰਸਦੇ ਕੰਗੀਆਂ ਨੂੰ, ਨੱਕ ਵਗਦੇ, ਅੱਖਾਂ ਚੁੰਨੀਆਂ ਤੇ ਦੰਦ ਕਰੇੜੇ। ਇਸ ਥਾਂ 'ਤੇ ਇਹਨਾਂ ਸਤਰਾਂ ਦੇ ਵਿੱਚ ਕਵੀ ਕਹਿ ਰਿਹਾ ਹੈ ਕਿ ਕਮੀਆਂ ਦਾ ਵਿਹੜਾ ਇਹੋ ਜਿਹਾ ਹੈ ਜਿੱਥੇ ਕਮੀਆਂ ਦੇ ਬੱਚੇ, ਕਮੀ ਇੰਨਾ ਤਰਸ ਜਾਂਦੇ ਹਨ, ਉਹ ਇੰਨੇ ਆਪਣੇ ਕੰਮਾਂ ਵਿੱਚ ਰੁੱਝੇ ਹੁੰਦੇ ਹਨ ਕਿ ਉਹਨਾਂ ਨੂੰ ਆਪਣੇ ਵਾਲਾਂ ਵਿੱਚ ਕਰਨ ਨੂੰ ਕੰਘੀ ਵੀ ਨਹੀਂ ਮਿਲਦੀ। ਉਹਨਾਂ ਦੇ ਬੱਚਿਆਂ ਦੇ ਨੱਕ ਹਮੇਸ਼ਾ ਵਗਦੇ ਰਹਿੰਦੇ ਹਨ, ਅੱਖਾਂ ਰੋਗ ਕਾਰਨ ਚੁੰਨੀਆਂ ਹੋ ਗਈਆਂ ਹਨ, ਤੇ ਉਹਨਾਂ ਦੇ ਦੰਦ ਕਰੇੜੇ ਹੋ ਗਏ ਹਨ, ਭਾਵ ਦੰਦ ਮੈਲੇ ਜਿਹੇ ਹੋ ਗਏ ਹਨ। ਕਿਉਂਕਿ ਕੰਮ ਕਰਦਿਆਂ ਹੋਏ ਉਹਨਾਂ ਕੋਲ ਇੰਨੀ ਵੇਲ ਵੀ ਨਹੀਂ ਕਿ ਉਹ ਆਪਣੀ ਸਰੀਰਕ ਸਫਾਈ ਦਾ ਧਿਆਨ ਰੱਖ ਸਕਣ। ਅਗਲਾ ਪੈਰਾ ਹੈ। ਜਿੱਥੇ ਲੋਕ ਬੜੇ ਮਜਬੂਰ ਜਿਹੇ, ਦਿੱਲੀ ਦੇ ਦਿਲ ਤੋਂ ਦੂਰ ਜਿਹੇ। ਇਹਨਾਂ ਸਤਰਾਂ ਦੇ ਵਿੱਚ ਕਵੀ ਕਹਿ ਰਿਹਾ ਹੈ ਕਿ ਕਮੀਆਂ ਦੇ ਵੇੜੇ ਵਿੱਚ ਇਹੋ ਜਿਹੇ ਲੋਕ ਹਨ ਜਿੱਥੇ ਉਹ ਆਪਣੀਆਂ ਮੁਸੀਬਤਾਂ ਤੋਂ, ਆਪਣੀਆਂ ਪਰੇਸ਼ਾਨੀਆਂ ਸਦਕਾ ਬੜੇ ਮਜਬੂਰ ਹਨ, ਤੇ ਉਹ ਇੰਨੇ ਮਜਬੂਰ ਹਨ ਕਿ ਉਹਨਾਂ ਦੇ ਦਿਲ ਦੀ ਆਵਾਜ਼ ਦਿੱਲੀ ਤੋਂ ਬਹੁਤ ਦੂਰ ਹੈ। ਦਿੱਲੀ ਇਸ ਥਾਂ 'ਤੇ ਸਰਕਾਰ ਲਈ ਵਰਤਿਆ ਗਿਆ ਹੈ, ਕਿਉਂਕਿ ਸਾਡੇ ਦੇਸ਼ ਦੀ ਸਰਕਾਰ ਦਿੱਲੀ ਤੋਂ ਚੱਲਦੀ ਹੈ, ਤੇ ਸਰਕਾਰ ਤੱਕ ਇਹਨਾਂ ਦੀਆਂ ਮੁਸੀਬਤਾਂ, ਇਹਨਾਂ ਦੀਆਂ ਪਰੇਸ਼ਾਨੀਆਂ ਨੂੰ ਪਹੁੰਚਾਉਣ ਦਾ ਕੋਈ ਹਿੱਲਾ ਨਹੀਂ ਕਰਦਾ। ਸਭ ਆਪਣੇ ਮਤਲਬ ਦੇ ਵਿੱਚ ਹੀ ਰੁੱਝੇ ਹੋਏ ਹਨ। ਤੇ ਭੁੱਖਾਂ ਵਿੱਚ ਮਸ਼ਹੂਰ ਜੇ, ਜਿੱਥੇ ਮਰ ਕੇ ਚਾਂਬਲ ਜਾਮਦੇ ਹਨ ਭੂਤ ਜਠੇਰੇ। ਕਹਿੰਦੇ ਕਿ ਕਮੀ ਆਪਣੀਆਂ ਭੁੱਖਾਂ ਕਰਕੇ ਮਰਨ ਲਈ ਮਸ਼ਹੂਰ ਹਨ, ਪਰ ਉਹਨਾਂ ਦੀ ਭੁੱਖ ਤੋਂ ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ ਹੁੰਦਾ। ਕਵੀ ਅਗਲੇ ਸਤਰ ਵਿੱਚ ਕਹਿ ਰਿਹਾ ਹੈ ਕਿ ਜਿੱਥੇ ਮਰ ਕੇ ਚਾਂਬਲ ਜਾਮਦੇ ਨੇ ਭੂਤ ਜਠੇਰੇ। ਕਵੀ ਕਹਿ ਰਿਹਾ ਹੈ ਕਿ ਇਹਨਾਂ ਤੋਂ, ਜੋ ਇਹਨਾਂ ਦੇ ਭੂਤ, ਜੋ ਇਹਨਾਂ ਦੇ ਪਿੱਤਰ ਹਨ, ਜੋ ਮਰ ਚੁੱਕੇ ਹਨ, ਉਹ ਵੀ ਇਹਨਾਂ ਨੂੰ ਇੰਨਾ ਪਰੇਸ਼ਾਨ ਕਰਦੇ ਹਨ, ਇਹਨਾਂ ਦੇ ਜਠੇਰੇ, ਇਹਨਾਂ ਦੇ ਵੱਡੇ, ਕਿ ਉਹ ਇਹਨਾਂ ਦੇ ਉੱਪਰ ਭੂਤ ਪਿੱਤਰ ਬਣ ਕੇ ਚੰਬਲੇ ਰਹਿੰਦੇ ਹਨ, ਇਹਨਾਂ ਨੂੰ ਪਰੇਸ਼ਾਨ ਕਰਦੇ ਹਨ।
ਭਾਵ ਜੋ ਅੰਧ ਵਿਸ਼ਵਾਸ ਹੈ ਭੂਤਾਂ ਪ੍ਰੇਤਾਂ ਦਾ, ਸਾਡੇ ਪਿੰਡਾਂ ਵਿੱਚ ਆਮ ਕਰਕੇ ਓਪਰੀਆਂ ਦਾ ਅੰਧ ਵਿਸ਼ਵਾਸ ਹੈ, ਉਹ ਅੰਧ ਵਿਸ਼ਵਾਸ ਇਹਨਾਂ ਕਮੀਆਂ ਦੇ ਵਿਹੜੇ ਵਿੱਚ ਹੀ ਸਾਨੂੰ ਜ਼ਿਆਦਾ ਵੇਖਣ ਨੂੰ ਮਿਲਦਾ ਹੈ। ਅਗਲਾ ਪੈਰਾ ਕਰਦੇ ਹਾਂ। ਜਿੱਥੇ ਬੰਦਾ ਜੰਮਦਾ ਸੀਰੀ ਹੈ, ਟੱਕੀਆਂ ਦੀ ਨਿਮੀਰੀ ਪੀਰੀ ਹੈ। ਕਵੀ ਕਹਿ ਰਿਹਾ ਹੈ ਕਿ ਇਹ ਇਹੋ ਜਿਹਾ ਵਿਹੜਾ ਹੈ ਜਿੱਥੇ ਜੰਮਦਾ ਹੀ ਬੰਦਾ ਜਾਗੀਰਦਾਰ ਦਾ ਸੀਰੀ ਹੋ ਜਾਂਦਾ ਹੈ, ਉਸਦਾ ਨੌਕਰ ਹੋ ਜਾਂਦਾ ਹੈ ਤੇ ਉਹ ਆਪਣੇ ਟਕਿਆਂ ਪੈਸਿਆਂ ਦੀ ਮੀਰੀ ਪੀਰੀ ਦੇ ਵਿੱਚ ਉਲਝਿਆ ਰਹਿੰਦਾ ਹੈ। ਮੀਰੀ ਦਾ ਅਰਥ ਹੈ ਇੱਥੇ ਹਿੱਸੇ ਤੇ ਪਹਿਲ ਸਰਦਾਰੀ, ਤੇ ਪੀਰੀ ਦਾ ਅਰਥ ਹੈ ਗੁਰੂ ਪੀਰ, ਭਾਵ ਉਹ ਕੰਮ ਕਰਨ ਦੀ ਪਹਿਲ ਦੇ ਵਿੱਚ ਤੇ ਆਪਣੇ ਗੁਰਾਂ ਨੂੰ ਪੀਰ ਮੰਨਣ ਦੀ ਜੁਗਤ ਵਿੱਚ ਹੀ ਲੱਗਿਆ ਰਹਿੰਦਾ ਹੈ। ਜਿੱਥੇ ਕਰਜ਼ੇ ਹੇਠ ਪੰਜੀਰੀ ਹੈ, ਬਾਪੂ ਦੇ ਕਰਜ਼ ਦਾ ਸੂਦ ਨੇ ਪੁੱਤ ਜੰਮਦੇ ਜਿਹੜੇ। ਜਿੱਥੇ ਕਰਜ਼ੇ ਹੇਠ ਪੰਜੀਰੀ ਹੈ, ਇਹਨਾਂ ਸਤਰਾਂ ਦੇ ਵਿੱਚ ਕਵੀ ਇਹ ਕਹਿ ਰਿਹਾ ਹੈ ਕਿ ਜਦੋਂ ਇਹਨਾਂ ਕਮੀਆਂ ਦੇ ਵਿਹੜੇ ਵਿੱਚ ਬੱਚਾ ਪੈਦਾ ਹੁੰਦਾ ਹੈ, ਉਸ ਦੀ ਮਾਂ ਨੂੰ ਜੋ ਪੰਜੀਰੀ ਖਵਾਈ ਜਾਂਦੀ ਹੈ ਉਹ ਵੀ ਇਹਨਾਂ ਜਾਗੀਰਦਾਰਾਂ ਤੋਂ ਕਰਜ਼ਾ ਲੈ ਕੇ ਖਵਾਈ ਜਾਂਦੀ ਹੈ ਤੇ ਉਸ ਕਰਜ਼ੇ ਦਾ ਜੋ ਸੂਦ ਨੇ ਉਹ ਉਹਨਾਂ ਦੇ ਬੱਚੇ ਸਾਰੀ ਉਮਰ ਭਰਦੇ ਰਹਿੰਦੇ ਨੇ। ਬਾਪੂ ਦੇ ਕਰਜ਼ ਦਾ ਸੂਦ ਨੇ ਪੁੱਤ ਜੰਮਦੇ ਜਿਹੜੇ, ਤੇ ਜੋ ਬਾਪੂ ਨੇ ਕਰਜ਼ ਲਿਆ ਹੁੰਦਾ ਹੈ ਉਸ ਦਾ ਜੋ ਸੂਦ ਹੈ ਉਹ ਜੰਮਦੇ ਬੱਚੇ ਹੀ ਭਰਨ ਲੱਗ ਪੈਂਦੇ ਨੇ। ਜੋ ਸੋਕਾ ਇਹੀ ਸਰਦੇ ਨੇ, ਜੇ ਡੋਬਾ ਇਹੀ ਮਰਦੇ ਨੇ। ਜੇ ਸੋਕਾ ਇਹੀ ਜਰਦੇ ਨੇ, ਜੇ ਡੋਬਾ ਇਹੀ ਮਰਦੇ ਨੇ। ਕੁਦਰਤ ਦੇ ਵੱਲੋਂ ਮਾਰ, ਚਾਹੇ ਉਹ ਸੋਕੇ ਦੀ ਮਾਰ ਹੋਵੇ, ਭਾਵ ਮੀਂਹ ਨਾ ਪੈਂਦਾ ਹੋਵੇ, ਸੁੱਕਾ ਪੈਂਦਾ ਹੋਵੇ, ਤੇ ਚਾਹੇ ਬਹੁਤੇਰਾ ਮੀਂਹ ਪੈ ਕੇ ਫਸਲ ਡੁੱਬ ਜਾਵੇ, ਕੁਝ ਹੋਰ ਹੋ ਜਾਵੇ, ਡੋਬਾ ਪੈ ਜਾਵੇ, ਤਾਂ ਦੋਨਾਂ ਹੀ ਸਥਿਤੀਆਂ ਦੇ ਵਿੱਚ ਇਹਨਾਂ ਕਮੀਆਂ ਨੂੰ ਹੀ ਆਪਣੀ ਇਹਨਾਂ ਦਾ ਮੁੱਲ ਚੁਕਾਉਣਾ ਪੈਂਦਾ ਹੈ। ਜੇ ਸੋਕਾ ਹੁੰਦਾ ਹੈ ਤਾਂ ਵੀ ਇਹਨਾਂ ਦੀ ਕਮਾਈ 'ਤੇ ਅਸਰ ਪੈਂਦਾ ਹੈ, ਤੇ ਜੇ ਡੋਬਾ ਹੁੰਦਾ ਹੈ ਤਾਂ ਵੀ ਇਹਨਾਂ ਤੋਂ ਹੀ ਉਸ ਡੋਬੇ ਦਾ ਹਰਜਾਨਾ ਭਰਿਆ ਜਾਂਦਾ ਹੈ, ਭਾਵ ਜਾਗੀਰਦਾਰ ਸਰਮਾਏਦਾਰ ਦੇ ਉੱਪਰ ਇਹਨਾਂ ਕੁਦਰਤੀ ਹਮਲਿਆਂ ਦਾ ਵੀ ਕੋਈ ਅਸਰ ਨਹੀਂ ਪੈਂਦਾ। ਸਭ ਕਹਿਰ ਨੇ ਤੇ ਵਰਦੇ ਨੇ, ਜਿੱਥੇ ਫਸਲਾਂ ਨੇ ਛੱਡ ਜਾਂਦੀਆਂ ਅਰਮਾਨ ਤਰੇੜੇ। ਕਹਿੰਦਾ ਕਿ ਸਾਰੇ ਕਹਿਰ ਇਹਨਾਂ ਤੇ ਹੀ ਵਰਦੇ ਨੇ, ਇਹਨਾਂ ਨੂੰ ਹੀ ਸਹਿਣੇ ਪੈਂਦੇ ਨੇ, ਤੇ ਜਿੱਥੇ ਫਸਲਾਂ ਉਗਦੀਆਂ, ਕੱਟਦੀਆਂ, ਵੱਢਦੀਆਂ ਨਿਕਲ ਜਾਂਦੀਆਂ ਹਨ, ਪਰ ਇਹਨਾਂ ਕਮੀਆਂ ਦੇ ਅਰਮਾਨ ਉੱਥੇ ਦੇ ਉੱਥੇ ਹੀ ਤਰੇੜੇ ਰਹਿ ਜਾਂਦੇ ਹਨ, ਉੱਥੇ ਦੇ ਉੱਥੇ ਹੀ ਟੁੱਟੇ ਹੋਏ ਸਾਨੂੰ ਨਜ਼ਰ ਆਉਂਦੇ ਹਨ। ਅਗਲਾ ਪੈਰਾ ਹੈ। ਤੂੰ ਆਪਣਾ ਆਪ ਮਚਾਉਂਦਾ ਹੈ ਪਰ ਆਪਾ ਹੀ ਰੁਸ਼ਨਾਉਂਦਾ ਹੈ। ਕਵੀ ਇਸ ਦੇ ਵਿੱਚ ਕਹਿ ਰਿਹਾ ਹੈ ਕਿ ਹੇ ਮਨੁੱਖ, ਤੂੰ ਆਪਣਾ ਆਪ ਹੀ ਮਚਾ ਰਿਹਾ ਹੈ, ਖਤਮ ਕਰ ਰਿਹਾ ਹੈ, ਤੇ ਤੂੰ ਆਪਣਾ ਆਪ ਹੀ ਰੁਸ਼ਨਾ ਰਿਹਾ ਹੈ। ਕਿਉਂ ਕਮੀਆਂ ਤੋਂ ਸ਼ਰਮਾਉਂਦਾ ਹੈ, ਇਹ ਸਦਾ ਸਦਾ ਨਾ ਰਹਿਣਗੇ ਮੰਦਹਾਲ ਮਰੇੜੇ। ਕਵੀ ਕਹਿ ਰਿਹਾ ਹੈ ਕਿ ਹੇ ਇਨਸਾਨ, ਹੇ ਜਾਗੀਰਦਾਰ, ਤੂੰ ਕਮੀਆਂ ਤੋਂ ਕਿਉਂ ਸ਼ਰਮਾ ਰਿਹਾ ਹੈ? ਉਹ ਕਮੀ ਹੀ ਤਾਂ ਹੈ, ਉਹ ਮਜ਼ਦੂਰ ਹੀ ਤਾਂ ਹੈ ਜੋ ਤੇਰਾ ਆਪਣਾ ਆਪ ਮਚਾ ਰਿਹਾ ਹੈ ਤੇ ਤੇਰੇ ਆਪੇ ਨੂੰ ਰੁਸ਼ਨਾ ਰਿਹਾ ਹੈ, ਰੋਸ਼ਨੀ ਕਰ ਰਿਹਾ ਹੈ, ਤੇਰੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਭਰ ਰਿਹਾ ਹੈ। ਪਰ ਫਿਰ ਅੱਗੇ ਕਮੀਆਂ ਨੂੰ ਕਹਿੰਦੇ ਹੋਏ ਕਵੀ ਕਹਿ ਰਹੇ ਨੇ ਕਿ ਹੇ ਕਮੀ, ਤੇਰਾ ਇਹ ਮੰਦਹਾਲ, ਤੇਰਾ ਬੁਰਾ ਹਾਲ ਸਦਾ ਨਹੀਂ ਰਹਿਣਾ, ਇੱਕ ਦਿਨ ਆਵੇਗਾ ਜਦੋਂ ਤੇਰੀ ਵੀ ਸੁਣਵਾਈ ਹੋਵੇਗੀ। ਬੱਚਿਓ, ਤਾਂ ਇਹ ਸੀ ਕਮੀਆਂ ਦਾ ਵਿਹੜਾ ਕਵਿਤਾ ਦੀ ਵਿਆਖਿਆ। ਪੇਪਰ ਦੇ ਵਿੱਚ ਵਿਆਖਿਆ ਕਰਨ ਦੇ ਲਈ ਸਾਨੂੰ ਪ੍ਰਸੰਗ ਲਿਖਣਾ ਜ਼ਰੂਰੀ ਹੈ। ਤਾਂ ਪ੍ਰਸੰਗ ਕੀ ਹੈ? ਪ੍ਰਸੰਗ ਦੇ ਵਿੱਚ ਅਸੀਂ ਕਵਿਤਾ ਦਾ ਨਾਮ, ਕਿਤਾਬ ਦਾ ਨਾਮ, ਕਵੀ ਦਾ ਨਾਮ ਆਦਿ ਬਾਰੇ ਜਾਣਕਾਰੀ ਦਿੰਦੇ ਹਾਂ ਤਾਂ ਕਿ ਜੋ ਸਾਡੇ ਐਗਜ਼ਾਮੀਨਰ ਨੇ ਉਹਨਾਂ ਨੂੰ ਇਹ ਪਤਾ ਚੱਲੇ ਵੀ ਸਾਨੂੰ ਇਸ ਕਵਿਤਾ ਬਾਰੇ ਜਾਣਕਾਰੀ ਹੈ। ਤਾਂ ਪ੍ਰਸੰਗ ਕਿੱਦਾਂ ਲਿਖਾਂਗੇ? ਦੇਖਿਓ ਬੱਚਿਓ, ਮੈਂ ਕੋਸ਼ਿਸ਼ ਕੀਤੀ ਹੈ ਪ੍ਰਸੰਗ ਲਿਖਣ ਦੀ। ਪ੍ਰਸੰਗ ਲਿਖਣ ਦੇ ਲਈ ਪ੍ਰਸੰਗ ਲਿਖ ਕੇ ਅਸੀਂ ਇਹ ਬੋਲਾਂਗੇ ਕਿ ਇਹ ਕਾਵ ਟੋਟਾ ਯਾਨੀ ਕਿ ਕਵਿਤਾ ਦਾ ਟੁਕੜਾ, ਕਵਿਤਾ ਦਾ ਪਹਿਰਾ। ਪੰਜਾਬੀ ਪਾਠ ਪੁਸਤਕ, ਜੋ ਵੀ ਤੁਹਾਡੀ ਪੁਸਤਕ ਦਾ ਨਾਮ ਹੈ, ਇਹ ਸਿਰਫ ਇਸੇ ਕਵਿਤਾ ਦੇ ਲਈ ਨਹੀਂ, ਹਰ ਕਵਿਤਾ ਦੇ ਲਈ ਤੁਸੀਂ ਪ੍ਰਸੰਗ ਇਸੇ ਤਰ੍ਹਾਂ ਹੀ ਲਿਖ ਸਕਦੇ ਹੋ। ਬਸ ਉਸ ਵਿੱਚ
ਕਿਤਾਬ ਦਾ, ਕਵਿਤਾ ਦਾ ਤੇ ਕਵੀ ਦਾ ਨਾਮ ਵੱਖਰਾ ਹੋ ਜਾਏਗਾ ਤੇ ਉਸ ਕਵਿਤਾ ਦੇ ਰਾਹੀਂ ਕਵੀ ਸਾਨੂੰ ਕੀ ਦੱਸਣਾ ਚਾਹੁੰਦਾ ਹੈ ਉਹ ਅਸੀਂ ਲਿਖਾਂਗੇ। ਤਾਂ ਇਸ ਕਵਿਤਾ ਦਾ ਪ੍ਰਸੰਗ ਅਸੀਂ ਇਸ ਤਰ੍ਹਾਂ ਲਿਖਾਂਗੇ। ਇਹ ਕਾਵ ਟੋਟਾ ਪੰਜਾਬੀ ਪਾਠ ਪੁਸਤਕ ਉਡਾਨ ਵਿੱਚ ਦਰਜ ਕਵਿਤਾ, ਦਰਜ ਯਾਨੀ ਕਿ ਉਸ ਕਿਤਾਬ ਦੇ ਵਿੱਚੋਂ ਕਵਿਤਾ ਕਮੀਆਂ ਦਾ ਵੇੜਾ ਵਿੱਚੋਂ ਲਿਆ ਗਿਆ ਹੈ। ਯਾਨੀ ਕਿ ਇਹ ਕਵਿਤਾ ਦੀਆਂ ਸਤਰਾਂ, ਇਹ ਕਵਿਤਾ ਦਾ ਟੁਕੜਾ ਉਡਾਨ ਕਿਤਾਬ ਦੇ ਵਿੱਚੋਂ ਕਵਿਤਾ ਕਮੀਆਂ ਦਾ ਵੇੜਾ ਵਿੱਚੋਂ ਲਿਆ ਗਿਆ ਹੈ। ਇਸ ਦੇ ਕਵੀ ਸੰਤ ਰਾਮ ਉਦਾਸੀ ਜੀ ਹਨ। ਇਸ ਕਵਿਤਾ ਰਾਹੀਂ ਕਵੀ ਕਮੀਆਂ ਦੀ ਤਰਸਯੋਗ ਹਾਲਤ ਬਿਆਨ ਕਰ ਰਹੇ ਹਨ। ਤਾਂ ਇਹ ਸੀ ਕਵਿਤਾ ਦਾ ਪ੍ਰਸੰਗ। ਹੁਣ ਅਸੀਂ ਅਭਿਆਸ ਤੇ ਵੱਧਦੇ ਹਾਂ। ਅਭਿਆਸ ਵੱਲ ਜਾਂਦੇ ਹੋਏ ਸਭ ਤੋਂ ਪਹਿਲਾਂ ਅਸੀਂ ਕਰਾਂਗੇ ਔਖੇ ਸ਼ਬਦਾਂ ਦੇ ਅਰਥ, ਉਹ ਸ਼ਬਦ ਜਿਨ੍ਹਾਂ ਦੇ ਅਰਥ ਜਾਣਨੇ ਬਹੁਤ ਜ਼ਰੂਰੀ ਹਨ। ਪਹਿਲਾ ਹੈ ਕਮੀ। ਕਮੀ ਯਾਨੀ ਕਿ ਕਿਰਤੀ, ਕਾਮੇ, ਮਜ਼ਦੂਰ, ਕੰਮ ਕਰਨ ਵਾਲੇ। ਅਗਲਾ ਹੈ ਗੋਂਦ ਯਾਨੀ ਕਿ ਬੁੱਕਲ। ਸੰਗੀ, ਗਲਾ। ਚੁੰਨੀਆਂ, ਛੋਟੀਆਂ ਅੱਖਾਂ, ਜਦੋਂ ਅੱਖਾਂ ਬਹੁਤ ਜ਼ਿਆਦਾ ਰੋਸ਼ਨੀ ਤੋਂ ਜਾਂ ਕਿਸੇ ਬਿਮਾਰੀ ਤੋਂ ਛੋਟੀਆਂ ਹੋ ਜਾਂਦੀਆਂ ਹਨ। ਕਰੇੜੇ, ਕਰੇੜੇ ਖਾਦੇ, ਭੱਦੇ ਦੰਦਾਂ ਤੇ ਜੰਮੀ ਮੈਲ। ਚਾਂਵਲ, ਮਛਰੇ ਹੋਏ। ਜਠੇਰੇ, ਵੱਡੇ, ਵੱਡੇ ਵਡੇਰੇ ਜਾਂ ਪਿੱਤਰ। ਟਕਾ, ਪੈਸੇ। ਸਿਰੀ, ਕਿਸੇ ਦੇ ਹਿੱਸੇ ਤੇ ਕੰਮ ਕਰਨਾ, ਸੀਰ ਤੇ ਕੰਮ ਕਰਨਾ। ਜੋ ਬੱਚੇ ਪੇਂਡੂ ਉੱਥੋਂ ਦੇ ਪੇਂਡੂ ਤੋਂ ਨੇ, ਪਿੰਡਾਂ ਤੋਂ ਨੇ, ਉਹਨਾਂ ਨੂੰ ਪਤਾ ਹੋਣਾ ਕਿ ਸਿਰੀ ਕੀ ਹੁੰਦੇ ਨੇ। ਅਗਲਾ ਹੈ ਮੀਰੀ। ਮੀਰੀ ਯਾਨੀ ਕਿ ਪਹਿਲ, ਸਰਦਾਰੀ, ਸ਼ਿਖਰ। ਪੀਰੀ, ਗੁਰੂ ਜਾਂ ਪੀਰ। ਅੱਗੇ ਵਧਾਂਗੇ। ਅਗਲਾ ਹੈ ਪੰਜੀਰੀ। ਨਵੇਂ ਆਉਣ ਵਾਲੇ ਬੱਚੇ ਦੀ ਮਾਂ ਲਈ ਬਣਾਈ ਗਜ਼ਾ। ਅਗਲਾ ਹੈ ਤਰੇੜੇ, ਟੁੱਟੇ ਹੋਏ, ਮਰੇੜੇ ਹੋਏ ਵਿੱਚ। ਤਾਂ ਇਹ ਸੀ ਔਖੇ ਸ਼ਬਦਾਂ ਦੇ ਅਰਥ। ਹੁਣ ਅੱਗੇ ਵਧਦੇ ਹਾਂ ਅਸੀਂ ਪ੍ਰਸ਼ਨ ਉੱਤਰਾਂ ਤੇ। ਪ੍ਰਸ਼ਨ, ਸਭ ਤੋਂ ਪਹਿਲਾ ਪ੍ਰਸ਼ਨ ਹੈ ਕਵੀ ਦਾ ਕਮੀਆਂ ਦੇ ਵੇੜੇ ਤੋਂ ਕੀ ਭਾਵ ਹੈ। ਯਾਨੀ ਕਿ ਕਵੀ ਨੇ ਜੋ ਕਮੀਆਂ ਦਾ ਵੇੜਾ ਇਸਤੇਮਾਲ ਕੀਤਾ ਹੈ ਉਸ ਤੋਂ ਕਵੀ ਕੀ ਦੱਸਣਾ ਚਾਹੁੰਦਾ ਹੈ। ਤਾਂ ਬੱਚਿਓ ਮੈਂ ਲਿਖ ਕੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਉਮੀਦ ਕਰਦੀ ਹਾਂ ਮੇਰੀ ਲਿਖਾਈ ਜੋ ਕਿ ਬਹੁਤ ਵਧੀਆ ਨਹੀਂ ਹੈ ਉਹ ਤੁਹਾਨੂੰ ਸਮਝ ਆਏਗੀ। ਤਾਂ ਕਮੀਆਂ ਦਾ ਵੇੜਾ, ਗਰੀਬ ਕਮੀਆਂ ਦੀ ਰਹਿਣ ਦੀ ਜਗ੍ਹਾ। ਕਮੀਆਂ ਦਾ ਵੇੜਾ ਤੋਂ ਭਾਵ ਹੈ ਗਰੀਬ ਕਮੀਆਂ ਦੀ ਰਹਿਣ ਦੀ ਥਾਂ, ਗਰੀਬ ਮਜ਼ਦੂਰਾਂ ਦੀ ਰਹਿਣ ਦੀ ਥਾਂ। ਅਗਲਾ ਪ੍ਰਸ਼ਨ ਹੈ ਕਵੀ ਦਾ ਸੂਰਜਾਂ ਤੋਂ ਕੀ ਭਾਵ ਹੈ। ਸੂਰਜ ਯਾਨੀ ਕਿ ਕੁਦਰਤੀ ਸ਼ਕਤੀ। ਕਵੀ ਸੂਰਜਾਂ ਤੋਂ ਭਾਵ, ਕਵੀ ਦਾ ਇਹ ਭਾਵ ਹੈ ਕਿ ਕਵੀ ਕੁਦਰਤੀ ਸ਼ਕਤੀ ਨੂੰ ਸੰਬੋਧਨ ਕਰਕੇ ਕਹਿ ਰਿਹਾ ਹੈ ਕਿ ਕੁਦਰਤੀ ਸ਼ਕਤੀ ਕਮੀਆਂ ਦੇ ਵੇੜੇ ਵਿੱਚ ਵਰਸਦੀ ਰਹੇ ਤਾਂ ਕਿ ਉਹਨਾਂ ਵਿੱਚ ਦੁੱਖਾਂ ਤੋਂ ਲੜਨ ਦੀ ਤਾਕਤ ਮੌਜੂਦ ਰਹੇ, ਤਾਕਤ ਵੱਧਦੀ ਰਹੇ। ਅਗਲਾ ਪ੍ਰਸ਼ਨ ਹੈ ਕਮੀਆਂ ਦੀ ਹਾਲਤ ਕਿਸ ਤਰ੍ਹਾਂ ਦੀ ਹੈ। ਕਮੀਆਂ ਦੀ ਹਾਲਤ ਤਰਸਯੋਗ ਹੈ ਤੇ ਬਹੁਤ ਮਾੜੀ ਹੈ। ਅਗਲਾ ਪ੍ਰਸ਼ਨ ਕਰਾਂਗੇ ਕਵੀ ਕਰਜ਼ੇ ਹੇਠ ਪੰਜੀਰੀ ਤੋਂ ਕੀ ਭਾਵ ਹੈ। ਕਵੀ ਦਾ ਕਰਜ਼ੇ ਹੇਠ ਪੰਜੀਰੀ ਤੋਂ ਕੀ ਭਾਵ ਹੈ। ਇਸ ਦਾ ਉੱਤਰ ਇਹ ਹੈ ਕਵੀ ਦਾ ਕਰਜ਼ੇ ਹੇਠ ਪੰਜੀਰੀ ਤੋਂ ਭਾਵ ਹੈ ਕਿ ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਮਾਂ ਲਈ ਪੰਜੀਰੀ ਬਣਾਈ ਜਾਂਦੀ ਹੈ। ਉਸ ਪੰਜੀਰੀ ਨੂੰ ਬਣਾਉਣ ਦੇ ਲਈ ਕਾਮਿਆਂ ਨੂੰ ਜਾਗੀਰਦਾਰਾਂ ਤੋਂ ਕਰਜ਼ਾ ਲੈਣਾ ਪੈਂਦਾ ਹੈ ਤੇ ਉਹ ਕਰਜ਼ ਉਹਨਾਂ ਕਾਮਿਆਂ ਦੇ ਬੱਚੇ ਉਮਰ ਭਰ ਉਤਾਰਦੇ ਹੀ ਰਹਿ ਜਾਂਦੇ ਨੇ। ਤਾਂ ਕਵੀ ਦਾ ਕਰਜ਼ੇ ਹੇਠ ਪੰਜੀਰੀ ਤੋਂ ਇਹ ਭਾਵ ਹੈ। ਅਗਲਾ ਪ੍ਰਸ਼ਨ ਹੈ ਕਿਹਨਾਂ ਦੇ ਦੰਦ ਕਰੇੜੇ ਹੁੰਦੇ ਹਨ ਅਤੇ ਕਿਉਂ। ਕਾਮਿਆਂ ਦੇ ਦੰਦ ਕਰੇੜੇ ਹੁੰਦੇ ਹਨ। ਕਾਮਿਆਂ ਦੇ ਦੰਦ ਕਰੇੜੇ ਹੁੰਦੇ ਹਨ ਕਿਉਂਕਿ ਉਹਨਾਂ ਦੇ ਦੰਦਾਂ ਤੇ ਮੈਲ ਜੰਮ ਜਾਂਦਾ ਹੈ।
ਕਿਉਂਕਿ ਉਹਨਾਂ ਕੋਲ ਇੰਨਾ ਸਮਾਂ ਨਹੀਂ ਹੁੰਦਾ, ਉਹਨਾਂ ਕੋਲ ਇੰਨੀ ਵੇਲ ਵੀ ਨਹੀਂ ਹੁੰਦੀ। ਕਿਉਂ ਨਹੀਂ ਹੁੰਦੀ? ਕਿਉਂਕਿ ਉਹ ਜਾਗੀਰਦਾਰਾਂ ਦੇ ਕੰਮਾਂ ਵਿੱਚ ਇੰਨੇ ਰੁੱਝੇ ਹੁੰਦੇ ਹਨ ਕਿ ਉਹਨਾਂ ਕੋਲੋਂ ਆਪਣੇ ਸਰੀਰਕ ਸਫਾਈ ਰੱਖਣ ਦਾ ਵੀ ਸਮਾਂ ਨਹੀਂ ਹੁੰਦਾ। ਇਸ ਕਰਕੇ ਕਾਮਿਆਂ ਦੇ ਜੋ ਦੰਦ ਨੇ ਉਹ ਕਰੇੜੇ ਹੋ ਗਏ ਹਨ। ਤਾਂ ਬੱਚਿਓ, ਇਹ ਸੀ ਪ੍ਰਸ਼ਨਾਂ ਦੇ ਉੱਤਰ। ਉਮੀਦ ਕਰਦੀ ਹਾਂ ਤੁਹਾਨੂੰ ਸਮਝ ਆਏ ਹੋਣੇ। ਨਹੀਂ ਸਮਝ ਆਏ ਤਾਂ ਤੁਸੀਂ ਮੈਨੂੰ ਮੇਰੇ ਚੈਨਲ 'ਤੇ ਪ੍ਰਸ਼ਨ ਪੁੱਛ ਸਕਦੇ ਹੋ। ਅਗਲਾ ਹੈ ਖਾਲੀ ਥਾਵਾਂ ਭਰੋ, ਜਿੱਥੇ ਵਾਲ ਤਰਸਦੇ ਕੰਘੀਆਂ ਨੂੰ। ਤਾਂ ਬੱਚਿਓ, ਇਹ ਕਵਿਤਾ ਦੀਆਂ ਸਤਰਾਂ ਹੀ ਨੇ, ਕਵਿਤਾ ਦੇ ਵਿੱਚੋਂ ਹੀ ਲਈਆਂ ਗਈਆਂ ਨੇ। ਜਿੱਥੇ ਵਾਲ ਤਰਸਦੇ ਕੰਘੀਆਂ ਨੂੰ, ਤੂੰ ਆਪਣਾ ਆਪ ਮਚਾਂਦਾ ਹੈ, ਤੂੰ ਭੁੱਖ ਵਿੱਚ ਮਸ਼ਹੂਰ ਜਿਹਾ। ਜਿੱਥੇ ਜੰਮਦਾ ਬੰਦਾ ਸੀਰੀ ਹੈ, ਬਾਪੂ ਦੇ ਕਰਜ਼ ਦਾ ਸੂਦ ਨੇ। ਤਾਂ ਬੱਚਿਓ, ਇਹ ਸੀ ਸਾਡਾ ਅਭਿਆਸ। ਕਵਿਤਾ ਸੀ ਕਮੀਆਂ ਦਾ ਵਿਹੜਾ, ਜਿਸ ਦੇ ਕਵੀ ਸਨ ਸੰਤ ਰਾਮ ਉਦਾਸੀ ਜੀ। ਉਮੀਦ ਕਰਦੀ ਹਾਂ ਮੇਰੇ ਵੱਲੋਂ ਸਮਝਾਈ ਗਈ ਇਹ ਕਵਿਤਾ ਦੀ ਵਿਆਖਿਆ ਅਤੇ ਇਸ ਬਾਰੇ ਜਿੰਨੀ ਕੁ ਮੈਨੂੰ ਜਾਣਕਾਰੀ ਸੀ ਉਹ ਮੈਂ ਤੁਹਾਡੇ ਨਾਲ ਸਾਂਝੀ ਕੀਤੀ। ਉਮੀਦ ਕਰਦੀ ਹਾਂ ਤੁਹਾਨੂੰ ਸਮਝ ਆਈ ਹੋਣੀ ਹੈ। ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਅਤੇ ਜੇਕਰ ਤੁਸੀਂ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਸੁਝਾਵਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਾਂਗੀ। ਧੰਨਵਾਦ।